अस्सलाम वालेकुम जी। अज जुमे का मुबारक दिन, जुमा पढ़ के असी आ गए हैं। तो रोटी भी आ गई है, रोटी भी अज बिरयानी आई है। बिरयानी अली साहब ने लुको के रख ली है, तो हम खावे बिरयानी तो चस लेने जिंदगी के। बाकी जुमे का मुबारक दिन। तो कुछ लोग जोड़े ने ना वो शैतान सिफत होंगे, शैतान सिफत इंसान ਉੱਠ ਕੇ ਚਲੇ ਗਏ। नट जाते जिसले शैताना का नाम लईए ना, लोग कहते हाजिर भी हो जाते हैं, नट भी जाते हैं। ਹੁਣ ਹੋ ਗਿਆ ਜੀ ਟਾਈਮ ਧਾਰਾ ਕੱਢਣ ਦਾ, ਤੇ ਬੱਕਰੀਆਂ ਮੁੰਡੇ ਚੋਣ ਲੱਗ ਗਏ ਨੇ। ਇਹ ਕਹਿ ਇੱਧਰ ਲੋਕ ਕੇ ਬੈਠਾ ਹੋਇਆ ਹੈ, ਕਾਲ ਤੇ ਵੀ ਲੱਗਾ ਨਾਲ ਨਾਲ, ਡਬਲ ਮਿਹਨਤਾਂ ਹੋ ਰਹੀਆਂ। ਤੇ ਇਹ ਜਿਹੜੀ ਬੱਕਰੀ ਸਾਡੀ ਹੈ ਨਾ, ਇਹਨੂੰ ਲੱਗੀ ਸੀਗੀ ਮੋਕ 2 ਦਿਨ ਪਹਿਲੋਂ, ਤੇ ਬਹੁਤ ਡੇਂਜਰਸ ਜਿਹੀ ਨਾ ਮੋਕ ਲੱਗੀ ਸੀ ਇਹਨੂੰ। ਉਸ ਦੇ ਵਿੱਚ ਚਰਬੀ ਵੀ ਆ ਰਹੀ ਸੀ, ਤੇ ਨਡਾਲ ਹੋ ਕੇ ਬਹਿ ਗਈ ਸੀ। ਉਸ ਦੇ ਵਿੱਚ ਅਸੀਂ ਫਿਰ ਇਹਨੂੰ ਸਲਫਾ ਡਰੱਗ ਦਿੱਤੀ, ਸਲਫਾ ਡੈਮਾਡੀਨ, ਇਹਨੂੰ ਪੂਰੀ ਬੋਤਲ ਪਿਲਾਤੀ 100 ml ਵਾਲੀ। ਉਸ ਤੋਂ ਬਾਅਦ ਇਹਨੂੰ ਪਿਕਲੋਕਸ ਐਂਟੀ ਡਾਇਰੀਆ ਵਾਲਾ ਹੋਮਿਓਪੈਥਿਕ ਸਿਰਪ, ਉਹ ਵੀ ਇਹਨੂੰ ਟੋਟਲੀ ਪੂਰੀ ਬੋਤਲ 100 ml ਵਾਲੀ ਉਹ ਵੀ ਪਿਲਾਈ ਸੀ। ਉਸ ਤੋਂ ਬਾਅਦ ਜਿਹੜੇ ਇੰਜੈਕਟੇਬਲ ਇੰਜੈਕਸ਼ਨ ਲਾਏ ਸੀ, ਉਹ ਵੀ ਇਹਨੂੰ ਡਬਲ ਡੋਜ਼ ਦੇ ਵਿੱਚ ਲਾਏ ਗਏ ਸੀਗੇ, ਤਾਂ ਕਿ ਇਮਿਊਨਿਟੀ ਇਹਦੀ ਜਲਦੀ ਬਹਾਲ ਹੋ ਜਾਵੇ। ਕਿਉਂਕਿ ਅਗਰ ਅਸੀਂ ਜਿੰਨਾ ਲੇਟ ਕਰਦੇ ਹਾਂ ਨਾ, ਅਗਰ ਜਾਨਵਰ ਦਾ ਕੇਸ ਸਵੀਅਰ ਹੈ ਨਾ, ਕਿ ਤੁਸੀਂ ਦੇਖ ਰਹੇ ਹੋ ਕਿ ਜਾਨਵਰ ਜੋ ਹੈ ਨਾ ਉਹ ਜ਼ਿਆਦਾ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ, ਜ਼ਿਆਦਾ ਹੀ ਉਹਨੂੰ ਜਿਹੜਾ ਇਹ ਬਿਮਾਰੀ ਆ ਉਹਦੇ ਅਸਰਾਤ ਜ਼ਿਆਦਾ ਨਜ਼ਰ ਆ ਰਹੇ ਨੇ, ਤੇ ਉਹਦਾ ਫੌਰੀ ਤੌਰ 'ਤੇ ਇਲਾਜ ਕਰ ਦਿਓ। ਕਈ ਜਾਨਵਰ ਹੁੰਦੇ ਨੇ ਕਿ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਥੋੜ੍ਹਾ ਬਹੁਤ ਉਹਨਾਂ ਦੀਆਂ ਮਿੰਗਣਾ ਜਿਹੜੀਆਂ ਨਾ ਫੋਸੀ ਟਾਈਪ ਹੋ ਜਾਂਦੀਆਂ, ਤੇ ਉਹਨਾਂ ਨੂੰ ਤੁਸੀਂ ਜਿਹੜਾ ਕਰ ਸਕਦੇ ਹੋ ਥੋੜ੍ਹਾ ਜਿਹਾ ਡਿਲੇ, ਯਾਨੀ ਕਿ ਸਵੇਰ ਨੂੰ ਲੱਗਾ ਤੇ ਸ਼ਾਮ ਨੂੰ ਅਗਰ ਤੁਸੀਂ ਉਹਦਾ ਟ੍ਰੀਟਮੈਂਟ ਕਰਦੇ ਹੋ, ਸ਼ਾਮ ਨੂੰ ਬਗੈਰ ਕਿਸੇ ਟ੍ਰੀਟਮੈਂਟ ਤੇ ਵੈਸੇ ਹੀ ਠੀਕ ਹੋ ਜਾਂਦੀ ਆ। ਤੇ ਦੂਸਰਾ ਜਿਹੜੇ ਸਵੀਅਰ ਕੇਸ ਹੁੰਦੇ ਨੇ, ਉਹਨਾਂ ਨੂੰ ਫੌਰੀ ਤੌਰ 'ਤੇ ਉਹਨਾਂ ਦਾ ਟ੍ਰੀਟਮੈਂਟ ਕਰਨਾ ਪੈਂਦਾ, ਤਾਂ ਕਿ ਉਹਨਾਂ ਦੀ ਇਮਿਊਨਿਟੀ ਡਾਊਨ ਨਾ ਹੋਵੇ, ਉਹਨਾਂ ਦੀ ਇਮਿਊਨਿਟੀ ਨੂੰ ਜਲਦ ਬੂਸਟ ਕਰਨਾ ਹੁੰਦਾ। ਤੇ ਇਹਨੂੰ ਉਹੀ ਤਰੀਕੇ ਦੇ ਮੁਤਾਬਕ ਅਸੀਂ ਇਹਨੂੰ ਡਬਲ ਡੋਜ਼ ਦਿੱਤੀ। ਉਸ ਤੋਂ ਬਾਅਦ ਇਹਨੂੰ 1 ਵਜੇ ਇਹਨੂੰ ਫਿਰ ਅਸੀਂ ਡ੍ਰਿਪ ਲਾਈ। ਉਸ ਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਤਕਰੀਬਨ 2-2:30 ਵਜੇ ਇਹਨੂੰ ਬਿਲਕੁਲ ਰਿਕਵਰ ਕਰ ਚੁੱਕੇ ਸੀ। ਲਓ ਵੀ ਹੁਣ ਆ ਗਏ ਆਪਾਂ ਇੱਕ ਫਾਰਮ 'ਤੇ, ਨਵਾਂ ਸੈਟਅਪ ਸ਼ੁਰੂ ਹੋ ਰਿਹਾ ਬੱਕਰੀਆਂ ਦਾ। ਤੇ ਕੰਮ ਮੇਨ ਇਹਨਾਂ ਦਾ ਹੈ ਪੋਲਟਰੀ ਫਾਰਮਿੰਗ ਦਾ, ਨਾਲ ਇਹਨਾਂ ਨੂੰ ਸ਼ੌਕ ਚੜਿਆ ਕਿ ਦੂਸਰਾ ਨਾ ਗੋਡ ਫਾਰਮਿੰਗ ਵੀ ਕਰਨੀ। ਤੇ ਪਹਿਲੇ ਲੈ ਕੇ ਆਏ ਨੇ 10 ਤੋਂ 12 ਬੱਕਰੀਆਂ ਮੁਲਤਾਨ ਸਾਈਡ ਤੋਂ। ਉਸ ਦੇ ਵਿੱਚੋਂ ਇੱਕ ਬੱਕਰੀ ਆ ਖੜੀ ਹੈ, ਇੱਕ ਇਹਦੇ ਪਿੱਛੇ ਖੜੀ ਹੈ, ਤੇ 3 ਬੱਕਰੀਆਂ ਇੱਧਰ ਸਾਹਮਣੇ ਖੜੀਆਂ ਹੋਈਆਂ ਨੇ, ਤੇ ਬਾਕੀ ਇਹਦੇ ਵਿੱਚ ਛੋਟੇ ਸਨ। ਉਸ ਤੋਂ ਬਾਅਦ 2 ਇਹ ਖੜੀਆਂ ਨੇ। ਤੇ ਇਹ ਹੁਣ ਜਿਹੜਾ ਨਾ ਮਜ਼ੀਦ ਇਹਨਾਂ ਨੇ 19 ਜਾਨਵਰ ਜਿਹੜੇ ਨੇ ਨਾ ਲਿਆਂਦੇ ਨੇ, ਤੇ ਹੁਣ ਜਿਹੜੇ ਲੈ ਕੇ ਆਏ ਨੇ ਉਹ ਹੈਗੇ ਨੇ ਸਾਰੇ ਮੱਖੀ ਚੀਨੇ। ਹੁਣ ਇਹ ਤੁਸੀਂ ਵੇਖ ਲਓ ਇਹਨੂੰ ਨਜ਼ਲਾ ਜ਼ੁਕਾਮ ਕਿੰਨਾ ਜ਼ਿਆਦਾ ਹੈ, ਤੇ ਦੂਸਰਾ ਇਹ ਬਿਮਾਰ ਵੀ ਹੈ। ਇਹ ਬੰਦਾ ਆਇਆ ਸੀ ਛੁੱਟੀ 'ਤੇ ਗਿਆ ਸੀ, ਇਹ ਵੀ ਬੰਦਾ ਆ ਗਿਆ ਹੁਣ। ਤੇ ਬਾਕੀ ਜਿਹੜਾ ਹੈ ਵੀ ਇੱਕ ਬੱਕਰੀ ਉਹ ਪਿੱਛੇ ਕੰਧ ਨਾਲ ਖੜੀ ਹੈ, ਉਹਨੂੰ ਵੀ 106 ਤੇ ਬੁਖਾਰ ਹੈ। ਤੇ ਇੱਕ ਬੱਚਾ ਜਿਹੜਾ ਉਹ ਉੱਥੇ ਉਹਨੂੰ ਸਿਰ ਦੇ ਵਿੱਚ ਪਾਣੀ ਪਾਇਆ ਜਾ ਰਿਹਾ, ਤੇ ਉਹਨੂੰ ਵੀ 105.6 ਤੇ ਬੁਖਾਰ ਹੈ। ਤੇ ਬਾਕੀ ਜਿਹੜਾ ਹੈ ਵੀ ਗੋਡ ਫਾਰਮਿੰਗ ਕਰਨ ਲੱਗਿਆਂ ਕੁਝ ਇਹਤਿਆਤਾਂ ਹੁੰਦੀਆਂ ਜਿਹੜੀਆਂ ਕਿ ਨਾ ਅਪਣਾਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ। ਯਾਨੀ ਕਿ ਗਰਮੀਆਂ ਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ੍ਹ ਗਰਮੀ ਪੈ ਰਹੀ ਆ, ਯਾਨੀ ਕਿ 46, 47, 45 ਇੱਥੇ ਟੈਂਪਰੇਚਰ ਹੈ, ਤੇ ਜਾਨਵਰ ਜਿਸਲੇ ਬਾਹਰ ਚਰਾਈ 'ਤੇ ਰਹਿੰਦੇ ਨੇ ਨਾ, ਉਹ ਹੀਟ ਸਟ੍ਰੋਕ ਹੋ ਜਾਂਦਾ, ਜਿਸ ਵਜ੍ਹਾ ਜਾਨਵਰ ਜਿਹੜਾ ਨਾ ਦਿਨ ਬ ਦਿਨ ਕਮਜ਼ੋਰ, ਉਹਨੂੰ ਬੁਖਾਰ, ਜਿਸ ਤਰ੍ਹਾਂ ਉਹ ਜਾਨਵਰ ਪਿੱਛੇ ਖੜਾ ਹੋਇਆ ਹੈ ਦੀਵਾਰ ਦੇ ਨਾਲ, ਉਹਨੂੰ 106 ਤੇ ਬੁਖਾਰ ਹੈ, ਤਾਂ ਬਿਲਕੁਲ ਨਿਢਾਲ ਹੋਇਆ ਖੜਾ ਹੈ। ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਦੂਸਰਾ ਨਾ ਜਾਨਵਰ ਦੁਪਹਿਰ ਨੂੰ ਰਹਿੰਦੇ ਨੇ ਬਾਹਰ, ਤੇ ਉੱਥੇ ਜਿਹੜਾ ਨਾ ਹੀਟ ਸਟ੍ਰੋਕ ਦੀ ਵਜ੍ਹਾ ਦੇ ਨਾਲ, ਯਾਨੀ ਕਿ ਅਗਰ ਕਮਰੇ ਦੇ ਵਿੱਚ ਵੀ ਬੈਠੇ ਤਾਂ ਉੱਥੇ ਵੀ ਸਕੂਨ ਨਹੀਂ। ਮਗਰ ਇਹ ਹੈ ਕਿ ਛਾਂਤ ਹੁੰਦੀ ਹੈ ਨਾ, ਤੇ ਲਿਹਾਜ਼ਾ ਇਹਨਾਂ ਦਾ ਖਿਆਲ ਕਰੋ। ਅਗਰ ਗੋਡ ਫਾਰਮਿੰਗ ਕਰਨੀ ਆ ਤਾਂ ਉਹ ਤਾਂ ਬੜੇ ਤਰੀਕੇ ਦੇ ਨਾਲ ਹੋਣੀ ਆ, ਅਗਰ ਤੁਸੀਂ ਤਰੀਕੇ ਨਾਲ ਚੱਲਦੇ ਹੋ ਤਾਂ ਫਿਰ ਹੀ ਉਹ ਬਚਣੀ ਆ। ਜਿਸ ਤਰ੍ਹਾਂ ਹੁਣ ਉਹ ਨਿਡਾਲ ਹੋਈ ਖਲੋਤੀ ਹੈ, ਉਹਨੂੰ ਹੁਣ ਅਗਰ ਟ੍ਰੀਟਮੈਂਟ ਨਾ ਹੁੰਦਾ ਤੇ ਉਹਨੇ ਰਾਤ ਭਾ ਉਂਝ ਹੀ ਅੱਲਾ ਨੂੰ ਪਿਆਰੇ ਵੀ ਹੋ ਜਾਂਦੇ। ਇਸ ਬੱਕਰੀ ਨੂੰ 105.6 ਤੇ ਬੁਖਾਰ ਹੈ ਇਹਨੂੰ, ਅਤੇ ਇਹਦੇ ਸਿਰ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਤਾਂ ਕਿ ਥੋੜ੍ਹਾ ਜਿਹਾ ਦਿਮਾਗੀ ਸਕੂਨ ਮਿਲੇ, ਤੇ ਜਾਨਵਰ ਥੋੜ੍ਹਾ ਜਿਹਾ ਨਾ ਸਟ੍ਰੈਸ 'ਚੋਂ ਨਿਕਲੇ ਬਾਹਰ। ਟੀਕੇ ਲਾ ਦਿੱਤੇ ਨੇ, ਤੇ ਉਹ ਜਿਹੜਾ ਨਾ ਸਾਰਾ ਜਿਸਮ 'ਤੇ ਪਾਣੀ ਪਾ ਦਿੱਤਾ ਵਾ, ਤੇ ਉਹ ਇਕੱਲਾ ਹੁਣ ਨਾ ਸਿਰ ਦੇ ਵਿੱਚ ਪਾਣਾ ਪੂਰੇ 5 ਮਿੰਟ, ਠੀਕ ਹੈ ਨਾ। 1 ਮਿੰਟ ਘੱਟ ਤੇ ਨਾ 1 ਘੱਟ, ਨਾ ਘੱਟ ਤੇ ਨਾ ਵੱਧ। ਲਓ ਵੀ ਹੁਣ ਇਹਨੂੰ ਫਿਰ ਦੁਬਾਰਾ ਜਿਹੜਾ ਨਾ ਪਾਣੀ ਸਿਰ ਦੇ ਵਿੱਚ ਪਾਇਆ ਜਾਊਗਾ, ਕਿਉਂਕਿ ਬੁਖਾਰ ਕਾਫੀ ਜ਼ਿਆਦਾ ਹੈ,
ਇੰਜੈਕਸ਼ਨ ਦੇ ਨਾਲ ਡਾਇਰੈਕਟ ਜਿਹੜੇ ਨੇ ਇੰਜੈਕਸ਼ਨ ਗਰਮੀਆਂ ਦੇ ਵਿੱਚ ਨਹੀਂ ਲਾਏ ਜਾਂਦੇ। ਇਹਦੇ ਸਿਰ ਦੇ ਵਿੱਚ ਪਾਣੀ ਪਾਉਣ ਤੋਂ ਬਾਅਦ ਇਹਨੇ ਜਿਹੜੇ ਨੇ ਇੰਜੈਕਸ਼ਨ ਲਾਏ ਗਏ ਸਨ ਤੇ ਹੁਣ ਫਿਰ ਦੁਬਾਰਾ ਜਿਹੜਾ ਨਾ ਇਹਦੇ ਸਿਰ ਦੇ ਵਿੱਚ ਪਾਣੀ ਪਾਇਆ ਜਾਂਦਾ। ਲਓ ਬਈ ਹੁਣ ਚੱਲਦੇ ਹਾਂ ਅੱਗੇ। ਹੁਣ ਬੱਕਰੀਆਂ ਵਾਲਾ ਫਾਰਮ ਜਿਹੜਾ ਹੋ ਗਿਆ ਕਲੀਅਰ। ਹੁਣ ਇੱਕ ਡੇਰੇ ਤੇ ਜਾਣਾ, ਉੱਥੇ ਇੱਕ ਵੱਛੀ ਬਿਮਾਰ ਆ, ਉਹਨੂੰ ਚੈੱਕ ਕਰਦੇ ਹਾਂ ਤੇ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦੇ ਹਾਂ ਉਹਨੂੰ ਕੀ ਮਸਲਾ ਹੈ ਤੇ ਫਿਰ ਉਹਦਾ ਟ੍ਰੀਟਮੈਂਟ ਕਰਦੇ ਹਾਂ ਤੇ ਫਿਰ ਹੁਣ ਚਲੋ ਚੱਲਦੇ ਹਾਂ। ਲਓ ਵੀ ਇਹ ਬੱਚੇ ਦੀ ਪੂਛ ਜਿਹੜੀ ਸੀ ਨਾ ਇਹ ਟੁੱਟ ਗਈ ਸੀ, ਦੂਸਰੇ ਬੱਚੇ ਦੇ ਪੈਰ ਦੇ ਥੱਲੇ ਆ ਕੇ ਖੜਾ ਹੋਇਆ ਤੇ ਉਹ ਦੂਸਰਾ ਨਾ ਟੁੱਟ ਗਈ। ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਤਲਿਆ, ਹੁਣ ਬਿਲਕੁਲ ਐਂ ਕਵਰ ਹੋ ਗਈ ਹੈ, ਕੋਈ ਮਸਲਾ ਮਸਾਇਲ ਨਹੀਂ, ਬਿਲਕੁਲ ਠੀਕ ਆ। ਛੋਟੋ ਜੀ ਬੰਨ ਲਿਓ। ਇਹ ਬਾਕੀ ਬੱਚੇ ਵੀ ਨੇ ਈਦ ਤੇ ਕੁਰਬਾਨੀ ਤੇ ਸੇਲ ਕਰਨ ਲਈ ਤੇ ਇਹਨਾਂ ਦੇ ਵਿੱਚੋਂ ਜਿਹੜੇ ਨਾ ਇਹ ਤਕਰੀਬਨ ਕਿੰਨੇ ਨੇ ਚਾਚਾ ਜੀ ਬੱਚੇ? 7 ਤੇ 4 11। ਉਹ ਨਹੀਂ ਲੱਗਦੇ, ਛੋਟੇ ਨੇ ਉਹ। ਇਹ 11 ਬੱਚੇ ਨੇ ਜਿਹੜੇ ਕੁਰਬਾਨੀ ਦੇ ਲੱਗਦੇ ਨੇ। ਉਸ ਤੋਂ ਬਾਅਦ ਇਹ ਜਿਹੜੇ ਬੱਚੇ ਨੇ ਇਹ ਛੋਟੇ ਨੇ, ਇਹ ਅਗਲੀ ਈਦ ਲਈ ਜਿਹੜੇ ਨੇ ਰੱਖੇ ਹੋਏ ਨੇ। ਅਗਰ ਈਦ ਤੋਂ ਪਹਿਲੇ ਸੇਲ ਹੋ ਗਏ, ਯਾਨੀ ਕਿ ਵੱਡੀ ਈਦ ਤੋਂ ਬਾਅਦ ਸੇਲ ਹੋ ਗਏ ਤਾਂ ਉਸ ਲਈ ਸੇਲ ਹੋ ਜਾਣੇ, ਨਹੀਂ ਫਿਰ ਬਾਅਦ 'ਚ ਅਗਲੀ ਵੱਡੀ ਈਦ 'ਤੇ ਜਾ ਕੇ ਸੇਲ ਹੋਣਗੇ। ਲਓ ਵੀ ਇਹ ਵੀ ਬੱਚੀ ਜਿਹੜੀ ਨਾ ਢਿੱਲੀ ਹੈ, 103.9 ਤੇ ਇਹਦਾ ਟੈਂਪਰੇਚਰ ਹੈ ਤੇ ਜਿਸਮ ਅਕੜਾ ਲੈਂਦੀ ਹੈ ਬਿਲਕੁਲ। ਤੇ ਇਹਦਾ ਹੁਣ ਟ੍ਰੀਟਮੈਂਟ ਕਰਕੇ ਹਟੇ ਆ, ਬਾਕੀ ਇਹਨੂੰ ਕੱਲ੍ਹ ਨੂੰ ਵੀ ਚੈੱਕ ਕਰਨਾ ਪੈਣਾ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਨਾ ਇਹਨੂੰ ਮਸਲਾ ਹੈ ਤੇ ਇਹ ਜਿਹੜਾ ਨਾ ਸਹਿਮੀ ਡਰੀ ਹੋਈ ਹੈ ਨਾ, ਬਹੁਤ ਹੀ ਜ਼ਿਆਦਾ ਸਹਿਮੀ ਹੋਈ ਹੈ। ਬਾਕੀ ਇਹਨੂੰ ਕੱਲ੍ਹ ਨੂੰ ਇਨਸ਼ਾਅੱਲਾ ਦੇਖਾਂਗੇ ਬਿਹਤਰੀ ਹੁੰਦੀ ਹੈ ਜਾਂ ਫਿਰ ਟ੍ਰੀਟਮੈਂਟ ਚੇਂਜ ਕਰਨਾ ਪੈਣਾ। ਲਓ ਬਈ ਹੁਣ ਆ ਗਏ ਆਪਾਂ ਚਾਚਾ ਅਸਗਰ ਦੇ ਡੇਰੇ ਤੇ ਇੰਗਲਿਸ਼ ਘੋੜਾ ਜਿਹੜਾ ਨਾ ਉਹ ਰੱਖਿਆ ਹੋਇਆ ਤੇ ਇਹ ਲਾਹੌਰ ਡਰਬੀ ਦੇ ਵਿੱਚ ਇਹਦੇ ਸੱਟ ਲੱਗ ਗਈ ਸੀ, ਮਗਰ ਹੁਣ ਮਾਸ਼ਾਅੱਲਾ ਠੀਕ ਹੋ ਗਿਆ, ਐਕਟਿਵ ਬਿਲਕੁਲ ਠੀਕ ਹੋ ਗਿਆ। ਪਲਸਤਰ ਲੱਗਾ ਸੀ, ਹੁਣ ਲੱਤ ਲੁੱਤ ਗਿਆ। ਹੁਣ ਅਸੀਂ ਕਰਨੀ ਹੈ ਜੀ ਆਹ ਗਾਈ ਚੈੱਕ, ਪ੍ਰੈਗਨੈਂਸੀ ਚੈੱਕ ਕਰਨੀ ਹੈ ਇਹਦੀ ਗੱਭੜ ਪੱਛੜ। ਲਓ ਵੀ ਟਾਈਮ ਆ ਗਿਆ ਗਾਈ ਚੈੱਕ ਕਰਨ ਦਾ, ਤਾਂ ਅਲੀ ਸਾਹਿਬ ਬਹਿ ਕੇ ਨਜ਼ਾਰੇ ਚੈੱਕ ਕਰਨਗੇ ਬਾਂਹ ਜਾਂਦੀ ਕਿੱਦਾਂ। ਜਾਣੀ ਮੱਝ ਦੇ ਇੰਜੋਏ ਅਲੀ ਨੇ ਕਰਨਾ ਹੈ। ਹਵਾ ਬੜੀ ਸੋਹਣੀ ਚੱਲ ਰਹੀ ਹੈ ਮਗਰ ਬਾਹਰ ਮਿੱਟੀ ਵੀ ਬੜੀ ਹੈ। ਆਏ ਨੇ ਸਰਕਾਰ। ਸਲਾਮੁਅਲੈਕੁਮ। ਬੜੀ ਛੇਤੀ ਨੱਠ ਗਏ ਉਹ ਘਰ ਅੱਜ। ਕਦੋਂ ਕੋਈ ਇਹ ਮੁੰਡਾ ਕਹਿੰਦਾ ਹੁਣੇ ਗਏ ਨੇ। ਆ ਗਿਆ ਬੰਬਰ ਦਾ ਫੋਨ ਆ ਗਿਆ ਉੱਥੇ। ਅੱਛਾ ਤੇ ਉੱਥੇ ਗਿਆ ਤੇ ਉਹਨੇ ਆਇਆ ਗਿਆ ਨਿਕਲਿਆ ਨਾ ਹੋਣੀ ਆ ਜੀ। ਅੱਛਾ ਉਹਦਾ ਸ਼ੁਕਰ ਅੱਲਾ ਦਾ ਠੀਕ ਠਾਕ। ਉਧਰ ਵੀ ਤਾਲਾ ਲੱਗਾ ਹੋਇਆ ਸੀਮ ਹੋਣਾ ਦੇ, ਪਤਾ ਨਹੀਂ 2 ਤਾਲੇ ਲਾਏ ਨੇ ਬੜੇ ਵੱਡੇ ਵੱਡੇ ਉਹਨਾਂ ਨੇ। ਸਾਰਾ ਕੱਢ ਲੈ ਗਏ ਲੱਗਦਾ ਹੈ ਨਹੀਂ ਕਿ ਮੈਂ ਪਾਣੀ ਲਿਆਵਾਂ। ਪਾਣੀ ਪੀਣਾ ਹੈ, ਬਿਲਕੁਲ ਪੀਣਾ ਹੈ। ਮੈਂ ਬੋਤਲ ਤੇ ਅਸੀਂ ਫਿਰ ਕਰੀਏ ਉਨੀ ਦੇਰ ਗਾਈ ਚੈੱਕ ਮੁੰਡੇ ਨੂੰ ਲਾ ਕੇ। ਚਲੋ ਠੀਕ ਹੋ ਗਿਆ। ਨਹੀਂ ਤੇ ਇਹ ਕਾਹਤੋਂ ਵੇਚਣਾ, ਇਹ ਤਾਂ ਤੁਸੀਂ ਬੜੇ ਸ਼ੌਕ ਨਾਲ ਰੱਖਿਆ ਸੀ। ਅੱਛਾ ਹੋਰ ਲਿਆ ਬਣਾ ਕੇ ਫਿਰ ਕਿਹੜਾ ਕੋਆ ਨੁਕਰੇ ਤੇ ਜ਼ਿਆਦਾ ਪੈਸੇ ਨਹੀਂ ਲੱਭਦੇ? ਜ਼ਿਆਦਾ ਸੋਹਣਾ ਨੁਕਰੇ ਨਾਲੋਂ ਵੀ ਇਹ ਜ਼ਿਆਦਾ ਲੱਗ ਰਿਹਾ। ਜਾ ਮੈਂ ਨੁਕਰੇ ਬੜੇ ਵੇਖੇ ਨੇ ਮਗਰ ਇੰਜ ਦਾ ਘੋੜਾ ਮੈਂ ਨਹੀਂ ਵੇਖਿਆ ਹਲੇ ਤਾਈਂ ਬਾਹਰ। ਕੱਲ ਵੀ ਮੈਂ ਗਿਆ ਵਾਂ ਗੋਂਦਲ ਵਾਲੇ ਨੇ ਤਿਆਰ ਛੱਤਾਂ ਕਰਦੇ। ਆਹੋ ਉਹ ਚੌਕ ਲੰਘ ਕੇ ਹਰੀਆਣਾ ਚੌਕ, ਗੁਜਰਾਤ ਕਿਹੜਾ ਚੌਕ ਆਉਂਦਾ? ਹਰੀਆਣਾ ਚੌਕ, ਹਰੀ ਵਾਲਾ ਨਹੀਂ, ਸ਼ਹੀਦ GT ਰੋਡ, ਸ਼ਹੀਦ ਚੌਕ ਤੋਂ ਲੰਘ ਕੇ ਅੱਗੇ ਜਿਹੜਾ ਹੈ ਵੇ ਗੋਂਦਲ ਤਿਆਰ ਛੱਤਾਂ ਵਾਲੇ, ਉਹਨਾਂ ਨੇ ਵੀ 5-6 ਘੋੜੇ ਰੱਖੇ ਨੇ ਮਗਰ ਨਹੀਂ ਮੈਂ ਨਹੀਂ ਵੇਖੇ। ਮੈਂ ਉਹਨਾਂ ਤੇ ਵੀ ਗਿਆ, ਦੂਸਰਾ ਗਰੀਆਂ ਵਾਲਿਆਂ ਦੇ ਉਹਨਾਂ ਦੇ ਵੀ ਨਹੀਂ ਵੇਖੇ, ਤਰੇੜੂ ਵਾਲੇ ਗਿਆ ਉੱਥੇ ਵੀ ਨਹੀਂ ਵੇਖੇ। ਉਸ ਤੋਂ ਬਾਅਦ ਮੈਂ ਸਰਾਏ ਆਲਮਗੀਰ ਗਿਆ, ਉੱਥੇ ਵੀ ਇੰਜ ਦਾ ਘੋੜਾ ਜਿਹੜਾ ਨਾ ਨਹੀਂ ਦੇਖਿਆ ਮੈਂ, ਜੋ ਉਹਦਾ ਕੱਦ ਘਾਟ ਹੈ ਨਾ। ਪੂਰਾ ਜੋ ਹਾਂਜੀ ਖੁਰਾਕ ਘੱਟ ਕੀਤੀ ਆ। ਦੁਕਾਨਦਾਰ ਦੇਖੋ ਬੋਤਲ ਦਿੱਤੀ ਆ ਪੀਣ ਲਈ, ਬੰਦਾ ਪਿੱਛੇ ਪਿੱਛੇ ਆ ਗਿਆ। ਬੰਦੇ ਦਾ ਪੁੱਤਰ ਬਾਣਾ ਮਾਰਦਾ ਮੈਂ ਸ਼ਰੀਫ ਇਨਸਾਨ ਆ, ਉਹਨੂੰ ਪਤਾ ਹੈ ਕੌਣ ਲੰਘ ਰਿਹਾ ਵਾ ਕੋਲੋਂ। ਹਾਂ
ਇਹ ਸਪੈਸ਼ਲ ਬੰਦਾ ਵਾ ਜਿਹੜਾ ਦੁਕਾਨ ਤੋਂ ਬੋਤਲ ਦੇ ਕੇ ਪੀਣ ਆਇਆ ਪਿੱਛੇ। ਮਾਸ਼ਾਅੱਲਾ ਗਾਇ ਨਿਕਲ ਆਈ ਜੀ ਹੁਣ ਗੱਭਣ, ਤੇ ਚਾਚੇ ਹੁਣੇ ਮਾਸ਼ਾਅੱਲਾ ਬੜੇ ਖੁਸ਼ ਨੇ ਕਿ ਉਹਨਾਂ ਦੀ ਗਾਈ ਗੱਭਣ ਨਿਕਲ ਆਈ ਹੈ। ਤੇ ਹੁਣ ਅਸੀਂ ਜਿਹੜਾ ਨਾ ਇਹਨੂੰ ਸਭ ਤੋਂ ਪਹਿਲਾਂ ਐਂਟੀ ਐਲਰਜੀ ਕਿਕ ਲਾਇਆ, ਉਸ ਤੋਂ ਬਾਅਦ ਹੁਣ ਐਂਟੀਬਾਇਓਟਿਕ ਲਾ ਰਹੇ ਹਾਂ। ਇਸ ਤੋਂ ਬਾਅਦ ਜਿਹੜਾ ਨਾ ਪ੍ਰੋਜੈਸਟਰਾਨ ਦਾ ਇੰਜੈਕਸ਼ਨ ਲਾਵਾਂਗੇ ਤਾਂ ਕਿ ਇਹਦੀ ਪ੍ਰੈਗਨੈਂਸੀ ਦੇ ਵਿੱਚ ਕੋਈ ਵੀ ਮੁਸ਼ਕਲ ਜਿਹੜੀ ਨਾ ਉਹ ਦਰਪੇਸ਼ ਨਾ ਆਵੇ ਔਰ ਬੱਚਾ ਅੰਦਰ ਮਾਂ ਦੇ ਪੇਟ ਦੇ ਵਿੱਚ ਮਹਿਫੂਜ਼ ਰਹੇ। ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹਨਾਂ ਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਨਾ ਫਾਰਮਿੰਗ ਫਿਰ ਨਾ ਕਾਮਯਾਬ ਫਾਰਮਿੰਗ ਕੀਤੀ ਜਾ ਸਕਦੀ ਹੈ। ਤੇ ਟੀਕਾ ਲਾਉਂਦੇ ਆਪ ਵੀ ਮਹਿਫੂਜ਼ ਰਹੋ ਤੇ ਕੋਸ਼ਿਸ਼ ਕਰੋ ਕਿ ਕਿਸੇ ਵੀ ਡਾਕਟਰ ਕੋਲ ਲਵਾ ਲਿਆ ਕਰੋ ਤਾਂ ਕਿ ਕੋਈ ਵੀ ਮਸਲਾ ਮਸਾਲਾ ਜਿਹੜਾ ਨਾ ਬਣੇ। ਤੁਸੀਂ ਬੋਤਲ ਹੀ ਕਿਤੇ ਹੋਰ ਲਿਆਉਂਦੇ ਉੱਧਰ ਲਿਆ ਕੇ ਤੁਸੀਂ ਸਿਗਰਟ ਵੀ ਫੜਾਤੀ ਹੱਥ ਦੇ ਵਿੱਚ। ਕਹਿੰਦੇ ਜਿਸਲੇ ਬੰਦਾ ਆਪਣੀ ਜੇਬੋਂ ਕਰਨ ਲੱਗ ਜਾਂਦਾ ਨਾ ਫਿਰ ਪੱਕਾ ਲੱਗ ਜਾਂਦਾ। ਤੇ ਲੋਕਾਂ ਦੇ ਲੈ ਕੇ ਕਦੀ ਕਿਸੇ ਨੇ ਦੇਤੀ ਕਦੀ ਕਿਸੇ ਨੇ ਨਾ ਦਿੱਤੀ, ਉਹ ਫਿਰ ਬੰਦੇ ਨੂੰ ਆਦਤ ਨਹੀਂ ਪੈਂਦੀ। ਇਸ ਦੇ ਨਾਲ ਹੁਣ ਆਪਣੀ ਮੰਜ਼ਿਲ ਵਾਪਸ ਦੀ ਤਰਫ ਜਾਂਦੇ ਹਾਂ। ਤੇ ਇਹ ਜਿਹੜਾ ਘੋੜਾ ਵਾ ਇਹ ਲਾਹੌਰ ਡਰਬੀ ਦੇ ਵਿੱਚ ਨੱਠ ਹੈ ਤੇ ਹੁਣ ਇਹ ਚਾਚੇ ਹੁਣੀ ਸੇਲ ਵੀ ਕਰ ਰਹੇ ਨੇ। 8 ਲੱਖ ਰੁਪਏ ਦਾ ਲੱਗਿਆ ਤੇ 10 ਲੱਖ ਰੁਪਏ ਇਹਨਾਂ ਨੇ ਮੰਗਿਆ ਕਿ 10 ਲੱਖ ਰੁਪਏ ਦਾ ਦੇਣਾ।